पंज प्याले पंज पीर, छठम पीर बैठा गुर भारी। अर्जन काया पलट कै, मूरत हरगोविंद सवारी। चली पीढ़ी सोडियां, रूप दिखावन वारो वारी। वाहिगुरु जी का खालसा, वाहिगुरु जी की फतेह। जीवन ब्यौरा श्री गुरु हरगोबिंद साहिब जी। गुरु हरगोबिंद साहिब जी का जन्म बाबा बुड्ढा जी के बचनों द्वारा 19 1595 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਜਨਮ ਗੁਰੂ ਅਰਜਨ ਦੇਵ ਜੀ ਦੇ ਵਿਆਹ ਤੋਂ ਕੋਈ 15 ਸਾਲ ਤੋਂ ਬਾਅਦ ਹੋਇਆ। ਇਸ ਲਈ ਆਪ ਦੇ ਜਨਮ 'ਤੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਤੇ ਗੁਰੂ ਅਰਜਨ ਦੇਵ ਜੀ ਨੇ ਇਸ ਸਮੇਂ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਸ਼ਬਦ ਵੀ ਰਚਿਆ। ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖਬਰ ਤੋਂ ਪ੍ਰਿਥੀ ਚੰਦ, ਜੋ ਕਿ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ ਅਤੇ ਹੁਣ ਤੱਕ ਇਹੋ ਉਮੀਦ ਲਾਈ ਬੈਠਾ ਸੀ ਕਿ ਗੁਰੂ ਜੀ ਦੇ ਘਰ ਸੰਤਾਨ ਨਾ ਹੋਣ ਕਾਰਨ ਗੁਰਗੱਦੀ ਗੁਰੂ ਜੀ ਤੋਂ ਬਾਅਦ ਉਸਦੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ, ਬਹੁਤ ਦੁਖੀ ਅਤੇ ਪਰੇਸ਼ਾਨ ਹੋਇਆ। ਉਸਨੇ ਬਾਲਕ ਹਰਗੋਬਿੰਦ ਜੀ ਨੂੰ ਬਚਪਨ ਵਿੱਚ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਾ ਹੋਇਆ। ਇਸ ਤੋਂ ਬਾਅਦ ਆਪ ਨੂੰ ਚੇਚਕ ਦੀ ਬਿਮਾਰੀ ਹੋ ਗਈ, ਪਰ ਆਪ ਵਾਹਿਗੁਰੂ ਦੀ ਕਿਰਪਾ ਨਾਲ ਛੇਤੀ ਹੀ ਤੰਦਰੁਸਤ ਹੋ ਗਏ। ਇਸ ਗੁਰੂ ਅਰਜਨ ਦੇਵ ਜੀ ਨੇ ਆਉਣ ਵਾਲੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੁਨਿਆਵੀ ਤੇ ਗੁਰਬਾਣੀ ਦੀ ਵਿੱਦਿਆ ਤੋਂ ਇਲਾਵਾ ਸ਼ਸਤਰ ਵਿੱਦਿਆ ਦੇਣ ਲਈ ਵੀ ਕਿਹਾ। ਸੰਨ 1606 ਈਸਵੀ ਨੂੰ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਆਪ ਨੂੰ ਗੁਰਿਆਈ ਦਾ ਤਿਲਕ ਲਗਾਇਆ ਤਾਂ ਆਪ ਨੇ ਦਸਤਾਰ, ਕਲਗੀ ਅਤੇ 2 ਤਲਵਾਰਾਂ ਧਾਰਨ ਕੀਤੀਆਂ, ਜਿਨ੍ਹਾਂ ਵਿੱਚ ਇੱਕ ਮੀਰੀ ਯਾਨੀ ਕਿ ਸੰਸਾਰਕ ਮਾਮਲਿਆਂ ਦੀ ਅਗਵਾਈ ਲਈ ਅਤੇ ਦੂਜੀ ਪੀਰੀ ਭਾਵ ਗੁਰੂ ਘਰ ਦੇ ਮੁੱਖ ਉਦੇਸ਼ ਦੀ ਪੂਰਤੀ ਲਈ ਸੀ। ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਭੇਟਾਂ ਦੇ ਨਾਲ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਵੀ ਲਿਆਂਦੇ ਜਾਣ। ਆਪ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਹਗੜ੍ਹ ਦਾ ਕਿਲ੍ਹਾ ਬਣਵਾਇਆ ਅਤੇ ਸਿੱਖ ਫੌਜ ਦੀ ਨੀਂਹ ਰੱਖੀ। ਆਪ ਨੇ ਸੰਨ 1609 ਈਸਵੀ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਇੱਥੇ ਆਪ ਸਿੱਖ ਸੰਗਤਾਂ ਨੂੰ ਮਿਲਦੇ ਅਤੇ ਇੱਥੇ ਹੀ ਢਾਡੀ ਵਾਰਾਂ ਵੀ ਗਾਈਆਂ ਜਾਂਦੀਆਂ ਅਤੇ ਆਪ ਸਿੱਖਾਂ ਦੇ ਧਾਰਮਿਕ ਅਤੇ ਹੋਰ ਮਸਲਿਆਂ ਦਾ ਹੱਲ ਕਰਦੇ। ਗੁਰੂ ਜੀ ਨੇ ਨਗਾਰਾ ਵੀ ਬਣਵਾਇਆ ਅਤੇ ਆਪਣਾ ਅਲੱਗ ਝੰਡਾ ਝੁਲਾਇਆ। ਇਸ ਨਾਲ ਸਿੱਖਾਂ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਹੋਇਆ ਅਤੇ ਉਹ ਧਰਮ ਲਈ ਜਾਨਾਂ ਵਾਰਨ ਲਈ ਤਤਪਰ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 3 ਵਿਆਹ ਹੋਏ। ਪਹਿਲਾ ਮਾਤਾ ਦਾਮੋਦਰੀ ਜੀ ਨਾਲ, ਜਿਨ੍ਹਾਂ ਤੋਂ ਬਾਬਾ ਗੁਰਦਿੱਤਾ ਜੀ, ਬੀਬੀ ਬੀਰੋ ਅਤੇ ਸ਼੍ਰੀ ਅਣੀ ਰਾਏ ਜੀ ਦਾ ਜਨਮ ਹੋਇਆ। ਆਪ ਦਾ ਦੂਜਾ ਵਿਆਹ ਮਾਤਾ ਨਾਨਕੀ ਜੀ ਨਾਲ ਹੋਇਆ। ਇਹਨਾਂ ਦੇ 2 ਪੁੱਤਰ ਜਨਮੇ, ਪਹਿਲੇ ਬਾਬਾ ਅਟਲ ਰਾਏ ਜੀ ਅਤੇ ਦੂਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ। ਆਪ ਦਾ ਤੀਜਾ ਵਿਆਹ ਮਾਤਾ ਮਹਾਦੇਵੀ ਜੀ ਨਾਲ ਹੋਇਆ। ਇਹਨਾਂ ਦੀ ਕੁੱਖੋਂ ਸ਼੍ਰੀ ਸੂਰਜਮਲ ਜੀ ਦਾ ਜਨਮ ਹੋਇਆ। ਗੁਰੂ ਜੀ ਦੀ ਜੀਵਨ ਸ਼ੈਲੀ ਨੂੰ ਵੇਖ ਕੇ ਗੁਰੂ ਘਰ ਦੇ ਦੋਖੀਆਂ ਨੇ ਜਹਾਂਗੀਰ ਨੂੰ ਗੁਰੂ ਜੀ ਵੱਲੋਂ ਅਕਾਲ ਤਖਤ ਬਣਾਉਣ ਅਤੇ ਫੌਜ ਆਦਿ ਰੱਖਣ ਦੀਆਂ ਗੱਲਾਂ ਨੂੰ ਬਹੁਤ ਵਧਾ ਚੜ੍ਹਾ ਕੇ ਦੱਸਿਆ। ਇਸ 'ਤੇ ਜਹਾਂਗੀਰ ਨੇ ਵਜ਼ੀਰ ਖਾਂ ਅਤੇ ਗੁੰਜਾ ਬੇਗ ਨੂੰ ਗੁਰੂ ਜੀ ਨੂੰ ਦਿੱਲੀ ਲਿਆਉਣ ਲਈ ਭੇਜਿਆ। ਵਜ਼ੀਰ ਖਾਂ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ। ਉਸਨੇ ਵਿਸ਼ਵਾਸ ਦਿਵਾਇਆ ਕਿ ਬਾਦਸ਼ਾਹ ਦੀ ਨੀਅਤ ਸਾਫ਼ ਹੈ ਅਤੇ ਗੁਰੂ ਜੀ ਨੇ ਸਾਰੇ ਸਿੱਖਾਂ ਨਾਲ ਸਲਾਹ ਕਰਨ ਮਗਰੋਂ ਦਿੱਲੀ ਜਾਣ ਦਾ ਫੈਸਲਾ ਕੀਤਾ। ਦਿੱਲੀ ਜਾ ਕੇ ਗੁਰੂ ਜੀ ਨੇ ਸਿੱਖਾਂ ਨਾਲ ਮਜਨੂ ਦੇ ਟਿੱਲੇ ਪਾਸ ਇੱਕ ਬਗੀਚੇ ਵਿੱਚ ਉਤਾਰ ਕੀਤਾ। ਇਸ ਤੋਂ ਬਾਅਦ ਗੁਰੂ ਜੀ ਬਾਦਸ਼ਾਹ ਨੂੰ ਮਿਲੇ। ਬਾਦਸ਼ਾਹ ਗੁਰੂ ਜੀ ਨੂੰ ਆਪਣੇ ਨਾਲ ਆਗਰਾ ਲੈ ਗਿਆ। ਉਸਨੇ ਮਹਿਸੂਸ ਕੀਤਾ ਕਿ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਤੋਂ ਬਾਅਦ ਸਿੱਖ ਦਲੇਰ ਅਤੇ ਨਿਰਭੈ ਹੋ ਗਏ ਹਨ। ਇਸ ਤਰ੍ਹਾਂ ਜਹਾਂਗੀਰ ਨੇ ਆਪਣੀ ਬਿਮਾਰੀ ਦਾ ਬਹਾਨਾ ਬਣਾ ਕੇ ਗੁਰੂ ਜੀ ਨੂੰ ਆਪਣੀ ਸਿਹਤਯਾਬੀ ਲਈ ਤਪ ਕਰਨ ਦੀ ਬੇਨਤੀ ਕਰਕੇ ਗਵਾਲੀਅਰ ਦੀ ਜੇਲ੍ਹ ਵਿੱਚ ਭਿਜਵਾ ਦਿੱਤਾ, ਜਿੱਥੇ ਪਹਿਲਾਂ ਹੀ 52 ਰਾਜਿਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਗੁਰੂ ਜੀ ਨੇ ਕੋਈ ਵੀ ਸਰਕਾਰੀ ਸਹਾਇਤਾ ਨਾ ਲਈ ਅਤੇ ਆਪ ਆਪਣੇ ਭੋਜਨ ਆਦਿ ਦਾ ਪ੍ਰਬੰਧ ਆਪਣੇ ਸਿੱਖਾਂ ਵੱਲੋਂ ਕੀਤੀ ਕਿਰਤ ਵਿੱਚੋਂ ਕਰਦੇ ਅਤੇ ਰਾਜ ਦਰਬਾਰ ਵੱਲੋਂ ਆਉਣ ਵਾਲੀ ਖੁਰਾਕ ਅਤੇ ਹੋਰ ਰਕਮ 52 ਰਾਜਿਆਂ ਵਿੱਚ ਵੰਡਣ ਦੀ ਆਗਿਆ ਕੀਤੀ। ਇਸ ਸਮੇਂ ਪ੍ਰੇਮ ਅਤੇ ਵਿਰਾਗ ਵਿੱਚ ਬਿਹਵਲ ਸੰਗਤਾਂ ਗਵਾਲੀਅਰ ਦੇ ਕਿਲ੍ਹੇ ਨੂੰ ਮੱਥਾ ਟੇਕ ਕੇ ਵਾਪਸ ਆ ਜਾਂਦੀਆਂ। ਕਿਲ੍ਹੇ ਦਾ ਦਰੋਗਾ ਹਰੀਦਾਸ ਗੁਰੂ ਘਰ ਦਾ ਸ਼ਰਧਾਲੂ ਸੀ ਅਤੇ ਉਹ ਹਰ ਪ੍ਰਕਾਰ ਗੁਰੂ ਜੀ ਦੀ ਸੇਵਾ ਕਰਦਾ ਰਿਹਾ। ਜਦੋਂ ਚੰਦੂ ਨੇ ਹਰੀਦਾਸ ਨੂੰ ਲਾਲਚ ਦੇ ਕੇ ਗੁਰੂ ਜੀ ਨੂੰ ਪਹਿਲਾਂ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਅਤੇ ਫੇਰ ਮਗਰੋਂ ਜ਼ਹਿਰ ਵਾਲੀ ਪੁਸ਼ਾਕ ਗੁਰੂ ਜੀ ਨੂੰ ਪਹਿਨਾਉਣ ਲਈ ਕਿਹਾ ਤਾਂ ਉਸਨੇ ਨਾ ਮੰਨਿਆ ਅਤੇ ਚੰਦੂ ਦੀਆਂ ਸਾਰੀਆਂ ਚਿੱਠੀਆਂ ਗੁਰੂ ਜੀ ਅੱਗੇ ਰੱਖ ਦਿੱਤੀਆਂ। ਗੁਰੂ ਜੀ ਨੂੰ ਲਗਭਗ 2 ਸਾਲ ਤੋਂ ਵੱਧ ਸਮਾਂ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਹੋਇਆਂ ਨੂੰ ਹੋ ਗਿਆ ਤਾਂ ਸਿੱਖਾਂ ਤੋਂ ਇਲਾਵਾ ਬਹੁਤ ਸਾਰੀ ਸ਼ਰਧਾਲੂ ਸੰਗਤ ਅਤੇ ਕਈ ਨੇਕ ਦਿਲ ਅਤੇ ਰਸੂਖਵਾਨ ਮੁਸਲਮਾਨਾਂ ਵੱਲੋਂ ਆਵਾਜ਼ ਉਠਾਉਣ 'ਤੇ ਆਪ ਨੂੰ ਰਿਹਾ ਕਰਨ ਦੇ ਹੁਕਮ ਬਾਦਸ਼ਾਹ ਨੇ ਦੇ ਦਿੱਤੇ। ਇਸ 'ਤੇ ਬਾਕੀ ਸਾਰੇ ਰਾਜੇ, ਜੋ ਕਿ ਗੁਰੂ ਜੀ ਨਾਲ ਬੰਦੀ ਸਨ, ਉਦਾਸ ਹੋ ਗਏ ਅਤੇ ਉਹਨਾਂ ਨੂੰ ਗੁਰੂ ਜੀ ਦੀ ਰਿਹਾਈ ਪਿੱਛੋਂ ਆਪਣੀ ਪਹਿਲਾਂ ਵਾਲੀ ਦੁਰਦਸ਼ਾ ਹੋਣ ਦਾ ਡਰ ਸਤਾਉਣ ਲੱਗਾ। ਗੁਰੂ ਜੀ ਨੇ ਇਸ 'ਤੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਉਣ ਲਈ ਸ਼ਰਤ ਰੱਖੀ ਕਿ ਉਹਨਾਂ ਦੇ ਨਾਲ ਬਾਕੀ 52 ਰਾਜਿਆਂ ਨੂੰ ਵੀ ਰਿਹਾ ਕੀਤਾ ਜਾਵੇ। ਜਹਾਂਗੀਰ ਨੇ ਹੁਕਮ ਦੇ ਦਿੱਤਾ ਕਿ ਜਿੰਨੇ ਵੀ ਰਾਜੇ ਗੁਰੂ ਜੀ ਦਾ ਲੜ ਫੜ ਕੇ ਬਾਹਰ ਆ ਸਕਦੇ ਹਨ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ।
ਇਸ ਤੇ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾਇਆ ਅਤੇ ਸਾਰੇ ਰਾਜਿਆਂ ਨੂੰ ਕੈਦ ਤੋਂ ਮੁਕਤ ਕਰਵਾਇਆ। ਇਸ ਲਈ ਆਪ ਨੂੰ ਬੰਦੀ ਛੋੜ ਦਾਤਾ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਜਗਤ ਅੱਜ ਤੀਕ ਇਸ ਦਿਨ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦਾ ਆ ਰਿਹਾ ਹੈ। ਹੁਣ ਗੁਰੂ ਜੀ ਮਜਨੂ ਦੇ ਟਿੱਲੇ ਆ ਗਏ ਅਤੇ ਬਾਦਸ਼ਾਹ ਖੁਦ ਆਪ ਦੇ ਦਰਸ਼ਨਾਂ ਨੂੰ ਆਇਆ। ਹੁਣ ਉਸਨੂੰ ਇਹ ਵੀ ਯਕੀਨ ਹੋ ਚੁੱਕਾ ਸੀ ਕਿ ਗੁਰੂ ਅਰਜਨ ਦੇਵ ਜੀ ਬਾਰੇ ਉਸਨੂੰ ਗਲਤ ਜਾਣਕਾਰੀ ਦਿੱਤੀ ਗਈ ਸੀ। ਇਸ ਲਈ ਉਸਨੇ ਚੰਦੂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਚੰਦੂ ਨੂੰ ਬੰਨ੍ਹ ਕੇ ਲਾਹੌਰ ਸ਼ਹਿਰ, ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਉਸਨੇ ਕਸ਼ਟ ਦੇ ਕੇ ਸ਼ਹੀਦ ਕੀਤਾ ਸੀ, ਘੁਮਾਇਆ ਗਿਆ। ਸਾਰੇ ਲੋਕ ਉਸ 'ਤੇ ਥੂ-ਥੂ ਕਰ ਰਹੇ ਸਨ। ਗੁਰਦਿੱਤਾ ਪੜਭੁੰਜਾ, ਜਿਸਨੇ ਚੰਦੂ ਦੇ ਕਹਿਣ 'ਤੇ ਗੁਰੂ ਅਰਜਨ ਦੇਵ ਜੀ ਦੇ ਸਰੀਰ 'ਤੇ ਤੱਤੀ ਰੇਤ ਪਾਈ ਸੀ, ਨੇ ਕੜਛਾ ਮਾਰ ਕੇ ਚੰਦੂ ਨੂੰ ਮਾਰ ਮੁਕਾਇਆ। ਇਸ ਮਗਰੋਂ ਜਹਾਂਗੀਰ ਅਤੇ ਗੁਰੂ ਜੀ ਵਿੱਚ ਸੰਬੰਧ ਚੰਗੇ ਰਹੇ। ਉਹ ਗੁਰੂ ਜੀ ਨਾਲ ਸ਼ਿਕਾਰ ਵੀ ਖੇਡਦਾ ਰਿਹਾ ਅਤੇ ਕਸ਼ਮੀਰ ਨੂੰ ਜਾਂਦਾ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਆਇਆ ਅਤੇ ਗੁਰੂ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਸਰਕਾਰੀ ਖਰਚ ਨਾਲ ਪੂਰੀ ਕਰਨ ਲਈ ਬੇਨਤੀ ਕੀਤੀ। ਗੁਰੂ ਜੀ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਇਹ ਧਰਮ ਅਤੇ ਨਿਆਂ ਦਾ ਤਖਤ ਹੈ। ਇਸ ਦੀ ਇਮਾਰਤ ਸਿੱਖਾਂ ਦੀ ਮਿਹਨਤ ਅਤੇ ਧਰਮ ਕੀਰਤ ਨਾਲ ਹੀ ਬਣਨੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਆਪ ਨੇ ਹੀ ਪੰਜਾਬ ਤੋਂ ਬਾਹਰ ਦਾ ਦੌਰਾ ਕੀਤਾ। ਆਪ ਨੇ ਕਸ਼ਮੀਰ, ਬਾਗਮੁਲਾ, ਨਾਨਕਮਤਾ ਅਤੇ ਨਾਲਾਗੜ੍ਹ ਦੂਨ ਆਦਿ ਇਲਾਕੇ ਦਾ ਦੌਰਾ ਕੀਤਾ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਆਪ ਦੇ ਪ੍ਰਚਾਰ ਸਦਕਾ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਧਰਮ ਵਿੱਚ ਸ਼ਾਮਿਲ ਹੋਏ। ਆਪ ਨੇ ਲੋਹਗੜ੍ਹ ਕਿਲ੍ਹੇ ਅਤੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਡੇਰਾ ਸਾਹਿਬ ਲਾਹੌਰ, ਕੀਰਤਪੁਰ, ਮਹਾਰਾਜ ਕੌਲਸਰ, ਵਿਵੇਕਸਰ ਅਤੇ ਗੁਰੂਸਰ ਅਸਥਾਨਾਂ ਦੀ ਵੀ ਸਥਾਪਨਾ ਕੀਤੀ। ਆਪਣੇ ਜੀਵਨ ਕਾਲ ਵਿੱਚ ਗੁਰੂ ਜੀ ਨੂੰ 4 ਜੰਗਾਂ, ਅੰਮ੍ਰਿਤਸਰ, ਪਿਪੜੀ ਸਾਹਿਬ ਦੀ ਜੰਗ, ਸ਼੍ਰੀ ਹਰਗੋਬਿੰਦਪੁਰ ਦੀ ਜੰਗ, ਗੁਰੂਸਰ ਮਹਾਰਾਜ ਦੀ ਜੰਗ ਅਤੇ ਕਰਤਾਰਪੁਰ ਦੀ ਜੰਗ ਲੜਨੀਆਂ ਪਈਆਂ ਅਤੇ ਆਪ ਨੇ ਹਰ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ। ਗੁਰੂ ਜੀ ਦੇ ਯੁੱਧ ਰਾਜਸੀ ਨਾ ਹੋ ਕੇ ਕੇਵਲ ਧਰਮ ਦੀ ਰੱਖਿਆ ਲਈ ਸਨ। ਆਪ ਜੰਗਾਂ ਜਿੱਤਣ ਤੋਂ ਬਾਅਦ ਕਿਸੇ ਵੀ ਇਲਾਕੇ 'ਤੇ ਕਬਜ਼ਾ ਨਾ ਕਰਦੇ ਅਤੇ ਨਾ ਹੀ ਕੋਈ ਲੁੱਟ-ਪਾਟ ਕਰਦੇ। ਅਸਲ 'ਚ ਆਪ ਸਿੱਖਾਂ ਨੂੰ ਧਰਮ ਦੀ ਰੱਖਿਆ ਲਈ ਜ਼ੁਲਮ ਅੱਗੇ ਡਟਣ ਲਈ ਤਿਆਰ ਕਰ ਰਹੇ ਸੀ। ਅੰਮ੍ਰਿਤਸਰ ਦੀ ਲੜਾਈ ਸਮੇਂ ਗੁਰੂ ਜੀ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ, ਪਰ ਜੰਗ ਦੇ ਸਾਏ ਹੇਠ ਆਪ ਨੂੰ ਆਪਣੇ ਸਾਰੇ ਪਰਿਵਾਰ ਨੂੰ ਝਬਾਲ ਭੇਜਣਾ ਪਿਆ। ਜੰਗ ਮਗਰੋਂ ਆਪ ਝਬਾਲ ਗਏ ਅਤੇ ਉੱਥੇ ਹੀ ਚੌਧਰੀ ਲੰਗਾ ਦੇ ਘਰ ਆਪ ਨੇ ਬੀਬੀ ਵੀਰੋ ਦਾ ਵਿਆਹ ਕੀਤਾ। ਕਰਤਾਰਪੁਰ ਦੀ ਜੰਗ ਵਿੱਚ ਪੈਂਦੇ ਖਾਂ ਗੁਰੂ ਜੀ ਵਿਰੁੱਧ ਲੜਨ ਆਇਆ। ਇਹ ਛੋਟੀ ਉਮਰੇ ਹੀ ਗੁਰੂ ਜੀ ਕੋਲ ਨੌਕਰ ਹੋ ਗਿਆ ਸੀ ਤੇ ਗੁਰੂ ਜੀ ਨੇ ਆਪ ਇਸ ਦੀ ਪੁੱਤਰਾ ਵਾਂਗ ਪਰਵਰਿਸ਼ ਕੀਤੀ ਸੀ ਤੇ ਇਸ ਨੂੰ ਸਿਖਲਾਈ ਦੇ ਕੇ ਫੌਜ ਦਾ ਸਰਦਾਰ ਵੀ ਬਣਾਇਆ, ਪਰ ਬਾਅਦ ਵਿੱਚ ਇਹ ਆਪ ਨੂੰ ਛੱਡ ਕੇ ਮੁਗਲਾਂ ਨਾਲ ਜਾ ਰਲਿਆ। ਗੁਰੂ ਜੀ ਨੇ ਪੈਂਦੇ ਖਾਂ ਨੂੰ ਪਹਿਲਾ ਵਾਰ ਕਰਨ ਦਾ ਮੌਕਾ ਦਿੱਤਾ, ਪਰ ਉਸਦੇ ਸਾਰੇ ਵਾਰਾਂ ਨੂੰ ਗੁਰੂ ਜੀ ਨੇ ਅਸਫਲ ਕਰ ਦਿੱਤਾ। ਅੰਤ ਗੁਰੂ ਜੀ ਦੀ ਤਲਵਾਰ ਦੇ ਇੱਕੋ ਵਾਰ ਨਾਲ ਉਹ ਧਰਤੀ 'ਤੇ ਡਿੱਗ ਕੇ ਤੜਫਣ ਲੱਗਾ। ਗੁਰੂ ਜੀ ਨੇ ਉਸ 'ਤੇ ਆਪਣੀ ਢਾਲ ਦੀ ਛਾਂ ਕੀਤੀ ਅਤੇ ਉਸ ਨੂੰ ਮੁਸਲਮਾਨ ਹੋਣ ਕਾਰਨ ਆਪਣੇ ਆਖਰੀ ਸਮੇਂ ਕਲਮਾ ਪੜ੍ਹਨ ਨੂੰ ਕਿਹਾ। ਅੱਗੋਂ ਪੈਂਦੇ ਖਾਂ ਨੇ ਭੁੱਲ ਬਖਸ਼ਾਉਂਦਿਆਂ ਕਿਹਾ ਕਿ ਗੁਰੂ ਜੀ, ਤੁਹਾਡੀ ਤਲਵਾਰ ਹੀ ਮੇਰਾ ਕਲਮਾ ਅਤੇ ਮੁਕਤੀ ਦਾਤਾ ਹੈ, ਤੇ ਉਹ ਆਪਣੇ ਪ੍ਰਾਣ ਤਿਆਗ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਮਿਲਾਪ ਸਮੇਂ ਆਪ ਨੇ ਬਾਬਾ ਜੀ ਦੀ ਇੱਛਾ ਅਨੁਸਾਰ ਆਪਣੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਉਹਨਾਂ ਨੂੰ ਭੇਟ ਕੀਤਾ ਅਤੇ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਸ ਤੋਂ ਬਾਅਦ ਗੁਰੂ ਜੀ ਧਰਮ ਪ੍ਰਚਾਰ ਦੇ ਕੰਮਾਂ ਵਿੱਚ ਜੁਟ ਗਏ। ਅਖੀਰ ਆਪਣੇ ਜੋਤੀ ਜੋਤ ਸਮਾਉਣ ਦੇ ਸਮੇਂ ਨੂੰ ਨੇੜੇ ਜਾਣਦੇ ਹੋਏ ਆਪ ਨੇ ਗੁਰਗੱਦੀ ਦੇ ਵਾਰਸ ਦੀ ਭਾਲ ਕੀਤੀ। ਆਪ ਦੇ 5 ਸਾਹਿਬਜ਼ਾਦਿਆਂ ਵਿੱਚੋਂ 3 ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ ਅਤੇ ਸ਼੍ਰੀ ਅਣੀ ਰਾਏ ਜੀ ਪਹਿਲਾਂ ਹੀ ਜੋਤੀ ਜੋਤ ਸਮਾ ਚੁੱਕੇ ਸਨ। ਸ਼੍ਰੀ ਸੂਰਜਮਲ ਜੀ ਦਾ ਜ਼ਿਆਦਾ ਝੁਕਾਅ ਦੁਨੀਆਦਾਰੀ ਵੱਲ ਸੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਿਆਗੀ ਸੁਭਾਅ ਦੇ ਸਨ ਅਤੇ ਉਹਨਾਂ ਦੇ ਪ੍ਰਗਟ ਹੋਣ ਦਾ ਸਮਾਂ ਅਜੇ ਨਹੀਂ ਆਇਆ ਸੀ। ਸੋ ਆਪ ਨੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਅਤੇ ਆਪਣੇ ਪੋਤਰੇ ਸ਼੍ਰੀ ਹਰ ਰਾਏ ਜੀ ਨੂੰ ਹਰ ਪ੍ਰਕਾਰ ਯੋਗ ਜਾਣ ਕੇ ਗੁਰਗੱਦੀ ਦੀ ਬਖਸ਼ਿਸ਼ ਕੀਤੀ ਤੇ ਆਪ 3 ਮਾਰਚ ਸੰਨ 1644 ਨੂੰ ਜੋਤੀ ਜੋਤ ਸਮਾ ਗਏ। ਆਓ ਸਾਰੇ ਪਿਆਰ ਨਾਲ ਸੱਚੇ ਪਾਤਸ਼ਾਹ ਬੰਦੀ ਛੋੜ ਦਾਤਾ ਜੀ ਦੇ ਚਰਨਾਂ 'ਚ ਸ਼ੀਸ਼ ਝੁਕਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ।